ਸ਼ਹੀਨ ਬਾਗ ਦਾ ਮੋਰਚਾ ਸਾਡੇ ਸਭ ਦੇ ਸਾਹਮਣੇ ਆ, ਤੁਸੀਂ ਵੀ ਉਹਦੇ ਸਪੋਰਟਰ ਸੀਗੇ ਜੀ ਤੇ ਚਕਵਾਇਆ ਗਿਆ ਸੀਗਾ ਬੜੇ ਬੁਰੇ ਤਰੀਕੇ ਦੇ ਨਾਲ। ਜੇ ਚਕਵਾਉਣ ਆ ਗਏ, ਕੀ ਤਿਆਰੀਆਂ ਨੇ? ਕਿ ਸਰਕਾਰ ਨੂੰ ਇਹ ਹਿੰਮਤ ਨਹੀਂ ਸੋਚਣੀ ਚਾਹੀਦੀ, ਇਹ ਹਿੰਮਤ ਕਰਨੀ ਵੀ ਨਹੀਂ ਚਾਹੀਦੀ ਬਿਲਕੁਲ ਕਿ ਠੀਕ ਹੈ ਕਰੋਨਾ ਹੈ, ਅਸੀਂ ਆਪ ਕਰੋਨਾ ਦੇ ਮੂੰਹ 'ਚ ਝੋਕੇ ਜਾ ਰਹੇ ਹਾਂ। ਸਰਕਾਰ ਨੇ ਸਾਨੂੰ ਸੱਚਮੁੱਚ ਕਰੋਨਾ ਦੇ ਮੂੰਹ ਦੇ ਵਿੱਚ ਝੋਕਿਆ ਤਾਂ ਜ਼ਿੰਮੇਵਾਰੀ ਕਿਹਦੀ ਹੈ? ਕਿ ਜੇ ਸਰਕਾਰ ਟੱਕਰ ਲੈਣ ਦੀ ਕੋਸ਼ਿਸ਼ ਕਰੂਗੀ ਫਿਰ ਕਾਹਦਾ ਕਰੋਨਾ ਤੇ ਕਾਹਦਾ ਕੁਝ ਹੋਰ, ਫਿਰ ਤੇ ਜਵਾਬ ਉਸੇ ਭਾਸ਼ਾ 'ਚ ਦਿੱਤਾ ਜਾਏਗਾ ਜੀ। ਸਰਕਾਰ ਨੂੰ ਅਸੀਂ ਬਕਾਇਦਾ ਕਿਹਾ ਵੀ ਵੈਕਸੀਨੇਸ਼ਨ ਦੇ ਕੈਂਪ ਸਾਨੂੰ ਚਾਹੀਦੇ ਨੇ ਇੱਥੇ। ਅਸੀਂ ਕਹਿ ਰਹੇ ਹਾਂ ਸਾਰਿਆਂ ਦੀ ਵੈਕਸੀਨੇਸ਼ਨ ਕਰੋ, ਜਿਹੜਾ ਕਰਵਾਉਣਾ ਚਾਹੁੰਦਾ ਹੈ ਵਲੰਟੀਅਰਲੀ, ਕੋਈ ਧੱਕਾ ਨਹੀਂ। ਅਸੀਂ ਪਰ ਜੇ ਕੱਲ ਨੂੰ ਟੈਸਟ ਕਰਨ ਲੱਗੇ, ਇਹ ਬਿਆਨ ਆਇਆ ਸੀ ਟੈਸਟ ਨਹੀਂ ਕਰਾਵਾਂਗੇ। ਪਿਛਲੇ ਸਾਲ ਦਾ ਜਿਹੜਾ ਪੂਰਾ ਸਮਾਂ ਸੀਗਾ ਸਰਕਾਰ ਕੋਲ, ਦਸੰਬਰ ਤੋਂ ਵੈਕਸੀਨੇਸ਼ਨ ਆਈ ਹੋਈ ਹੈ। ਫੇਲਿਅਰ ਕਿਉਂ ਆਇਆ? ਇਹ ਦਸੰਬਰ ਤੋਂ ਵੈਕਸੀਨੇਸ਼ਨ ਆਈ ਹੋਈ ਹੈ। ਸਰਕਾਰ ਨੂੰ ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਬਿਲਕੁਲ ਵੀ ਫੇਲਿਅਰ ਕਾਹਦਾ ਇਹ ਸਰਕਾਰ ਦਾ ਫੇਲਿਅਰ ਹੈ, ਜਿਹੜਾ ਹੁਣ ਸਰਕਾਰ ਜਿਹੜੀ ਆ ਉਹ ਇਹ ਸਾਡੇ ਧਰਨੇ ਨੂੰ ਦਿਖਾ ਕੇ ਜਾਂ ਲੋਕਡਾਊਨ ਦੇ ਨਾਂ ਦੇ ਉੱਤੇ ਹੁਣ ਲੋਕਾਂ ਦੇ ਗਲ ਪਾਉਣਾ ਚਾਹੁੰਦੀ ਹੈ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਕਰੋਨਾ ਨੂੰ ਲੈ ਕੇ ਪੂਰੇ ਦੇਸ਼ 'ਚ ਹਾਹਾਕਾਰ ਮੱਚੀ ਹੋਈ ਹੈ। ਪਿਛਲੀ ਵਾਰ ਜਦੋਂ ਕਰੋਨਾ ਸਭ ਤੋਂ ਸਿਖਰ ਤੇ ਸੀ ਤਾਂ ਸ਼ਹੀਨ ਬਾਗ ਦਾ ਮੋਰਚਾ ਚਕਵਾ ਦਿੱਤਾ ਗਿਆ ਸੀ। ਖਬਰਾਂ ਵੀ ਆ ਰਹੀਆਂ ਨੇ ਕਿ ਸਰਕਾਰ ਕਿਸਾਨ ਮੋਰਚੇ ਨੂੰ ਵੀ ਚਕਵਾ ਸਕਦੀ ਹੈ, ਪਰ ਕਿਸਾਨਾਂ ਨੇ ਇਹਦੇ ਲਈ ਆਪਣੀ ਰਣਨੀਤੀ ਬਣਾ ਲਈ ਹੈ। ਕਿਸਾਨ ਪਿੱਛੇ ਨਹੀਂ ਹਟਣਗੇ ਅਗਰ ਸਰਕਾਰ ਇਹਨੂੰ ਚਕਵਾਉਣ ਦੀ ਕੋਸ਼ਿਸ਼ ਕਰੇਗੀ। ਜਿਵੇਂ ਖੱਟਰ ਦੇ ਬਿਆਨ ਵੀ ਆਏ, ਵਿਜ ਦੇ ਬਿਆਨ ਵੀ ਆਏ, ਟੈਸਟ ਕਰਾਉਣ ਦੇ ਬਿਆਨ ਆਏ, ਤਾਂ ਹੁਣ ਰਣਨੀਤੀ ਕੀ ਹੋਏਗੀ ਕਿਸਾਨਾਂ ਦੀ ਔਰ ਕਿਵੇਂ ਬਚਾਇਆ ਜਾਏਗਾ ਇਸ ਮੋਰਚੇ ਨੂੰ? ਖੁੰਡੇ ਵਾਲੇ ਬਾਬੇ ਦੀ ਜਥੇਬੰਦੀ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਕਮਲ ਜੀ ਸਾਡੇ ਨਾਲ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਵੇਂ ਮੋਰਚੇ ਨੂੰ ਬਚਾਉਣਗੇ ਤੇ ਕਰੋਨਾ ਬਾਰੇ ਉਹ ਸੋਚਦੇ ਕੀ ਨੇ। ਕਮਲ, ਸਭ ਤੋਂ ਪਹਿਲਾ ਸਵਾਲ ਇਹੀ, ਸ਼ਹੀਨ ਬਾਗ ਦਾ ਮੋਰਚਾ ਸਾਡੇ ਸਭ ਦੇ ਸਾਹਮਣੇ ਆ, ਤੁਸੀਂ ਵੀ ਉਹਦੇ ਸਪੋਰਟਰ ਸੀਗੇ ਜੀ ਬਿਲਕੁਲ, ਤੇ ਚਕਵਾਇਆ ਗਿਆ ਸੀਗਾ ਬੜੇ ਬੁਰੇ ਤਰੀਕੇ ਦੇ ਨਾਲ। ਜੇ ਚਕਵਾਉਣ ਆ ਗਏ, ਕੀ ਤਿਆਰੀਆਂ ਨੇ? ਦੇਖੋ, ਪਹਿਲੀ ਗੱਲ ਇਹ ਹੈ ਕਿ ਸਰਕਾਰ ਨੂੰ ਇਹ ਹਿੰਮਤ ਨਹੀਂ ਸੋਚਣੀ ਚਾਹੀਦੀ, ਇਹ ਹਿੰਮਤ ਕਰਨੀ ਵੀ ਨਹੀਂ ਚਾਹੀਦੀ ਬਿਲਕੁਲ ਕਿ ਸਰਕਾਰ ਇਸ ਮੋਰਚੇ ਨੂੰ ਤੇ ਸ਼ਹੀਨ ਬਾਗ ਦੇ ਮੋਰਚੇ ਨੂੰ ਇੱਕ ਕਰਕੇ ਨਾ ਜਾਣੇ। ਜਿੰਨੀਆਂ ਡੂੰਘੀਆਂ ਜੜ੍ਹਾਂ ਕਿਸਾਨ ਸੰਘਰਸ਼ ਦੀਆਂ ਇਸ ਵੇਲੇ ਪੂਰੇ ਦੇਸ਼ 'ਚ ਨੇ, ਕੱਲ੍ਹ ਹਜੇ ਨਤੀਜੇ ਆ ਕੇ ਹਟੇ ਨੇ ਬੰਗਾਲ ਦੇ, ਤੇ ਆਪਾਂ ਨੇ ਦੇਖ ਲਿਆ ਵੀ ਇਹਨਾਂ ਨੂੰ ਉਹਦਾ ਸੇਕ ਕਿਸਾਨ ਮੋਰਚੇ ਦਾ ਬੰਗਾਲ 'ਚ ਵੀ ਲੱਗਿਆ ਤੇ ਹੋਰ ਵੀ ਸਟੇਟਾਂ ਦੇ ਵਿੱਚ ਲੱਗਿਆ। ਸੋ ਇਸ ਕਰਕੇ ਜੇ ਇਹ ਭੁਲੇਖੇ ਦੇ ਵਿੱਚ ਹੋਣ ਤਾਂ ਇਹਨਾਂ ਨੂੰ ਟੱਕਰਾਂਗੇ ਬਹੁਤ ਬੁਰੇ ਤਰੀਕੇ ਨਾਲ। ਪੰਜਾਬ ਦੇ ਲੋਕ ਇਸ ਵੇਲੇ ਬਹੁਤ ਸ਼ੋਰ ਨੇ ਇਸ ਗੱਲ ਦੇ ਉੱਤੇ ਕਿ ਠੀਕ ਹੈ ਕਰੋਨਾ ਹੈ, ਅਸੀਂ ਆਪ ਕਰੋਨਾ ਦੇ ਮੂੰਹ 'ਚ ਝੋਕੇ ਜਾ ਰਹੇ ਹਾਂ। ਸਰਕਾਰ ਨੇ ਸਾਨੂੰ ਸੱਚਮੁੱਚ ਕਰੋਨਾ ਦੇ ਮੂੰਹ ਦੇ ਵਿੱਚ ਝੋਕਿਆ ਤਾਂ ਜ਼ਿੰਮੇਵਾਰੀ ਕਿਹਦੀ ਹੈ? ਜ਼ਿੰਮੇਵਾਰੀ ਸਰਕਾਰ ਦੀ ਹੈ ਕਿ ਜੇ ਸੱਚਮੁੱਚ ਸਰਕਾਰ ਇਹ ਸਮਝਦੀ ਹੈ ਕਿ ਇਹ ਕਰੋਨਾ ਜਿਹੜਾ ਹੈਗਾ ਫੈਲ ਸਕਦਾ ਹੈ, ਲੋਕ ਮਰ ਸਕਦੇ ਨੇ, ਤਾਂ ਸਰਕਾਰ ਦਾ ਪਹਿਲਾ ਸਟੈਪ ਕੀ ਹੋਣਾ ਚਾਹੀਦਾ ਹੈ? ਆਪਦੇ ਕਾਨੂੰਨ ਵਾਪਸ ਲਵੇ। ਜੇ ਸਰਕਾਰ ਆਪਦੀ ਜ਼ਿੰਮੇਵਾਰੀ ਤੋਂ ਭੱਜ ਕੇ ਤੇ ਸਾਡੇ ਤੇ ਜ਼ਿੰਮੇਵਾਰੀ ਸੁੱਟਣੀ ਚਾਹੁੰਦੀ ਹੈ ਕਰੋਨਾ ਨੂੰ, ਸਾਡੇ ਦੇਸ਼ ਨੂੰ ਬਚਾਉਣ ਦੀ, ਤਾਂ ਫਿਰ ਇਹ ਹੋ ਨਹੀਂ ਸਕਣਾ। ਅਸੀਂ ਆਪਣੀ ਲੜਾਈ ਦੇ ਉੱਤੇ ਪੂਰੀ ਤਰ੍ਹਾਂ ਡਟੇ ਬੈਠੇ ਹਾਂ। ਪਰ ਕੁਝ ਆਗੂ ਤਾਂ ਵੀ ਮੰਨਦੇ ਨੇ ਕਿ ਕਰੋਨਾ ਹੈ ਹੀ ਨਹੀਂ ਆ। ਹਾਂ, ਉਹ ਠੀਕ ਹੈ, ਕਿਉਂਕਿ ਦੇਖੋ ਕਿਸਾਨ ਆਗੂ ਨੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਬੈਠੇ ਆ। 6 ਮਹੀਨੇ ਹੋ ਗਏ ਸਾਨੂੰ, ਅੱਜ ਤੱਕ ਦਾ ਕਰੋਨਾ ਹੋਇਆ ਨਹੀਂ ਕਿਸੇ ਨੂੰ। ਸਾਡੇ ਬਹੁਤ ਸਾਰੇ ਆਗੂਆਂ ਇੱਕ ਵੀ ਕਰੋਨਾ ਦਾ ਕੇਸ ਨਹੀਂ ਆਇਆ ਉੱਥੇ। ਦੇਖੋ, ਕਰੋਨਾ ਦੇ ਕੇਸ ਦਾ ਖੈਰ ਆਪਾਂ ਨਹੀਂ ਜਾਂਚ ਸਕਦੇ ਵੀ ਉੱਥੇ ਆਏ ਨੇ ਕਿ ਨਹੀਂ ਆਏ, ਐਸਾ ਕੋਈ ਰਿਕਾਰਡ ਕੀਪਿੰਗ ਦਾ ਉੱਥੇ ਸਿਸਟਮ ਹੀ ਨਹੀਂ ਬਣ ਪਾਇਆ। ਲੇਕਿਨ ਇਹ ਜ਼ਰੂਰ ਹੈ ਕਿ ਜੇ ਅੱਜ ਪੂਰੇ ਦੇਸ਼ ਦੇ ਵਿੱਚ ਲੋਕ ਜਿਹੜੇ ਨੇ ਆਕਸੀਜਨ ਦੀ ਘਾਟ ਇੱਕੋ ਸਮੇਂ ਪੂਰਾ ਦੇਸ਼ ਮਹਿਸੂਸ ਕਰ ਰਿਹਾ ਤਾਂ ਫਿਰ ਕੋਈ ਗੜਬੜ ਤੇ ਹੈ ਨਾ। ਜੇ ਇੱਕੋ ਸਮੇਂ, ਮੈਂ ਥੋੜ੍ਹੇ ਦਿਨ ਪਹਿਲਾਂ 32 ਸੈਕਟਰ ਦੇ ਹਸਪਤਾਲ 'ਚ ਅੱਜ ਵੀ ਸਵੇਰੇ ਜਾ ਕੇ ਆਏ ਹਾਂ, ਇੱਕ ਡੈੱਡ ਬੋਡੀ ਉੱਥੋਂ ਅਸੀਂ ਤੋਰੀ ਹੈ, ਤੇ ਉਹ ਹੌਂਕਦੀ ਹੋਈ ਆਏ ਸੀ। ਉਹ ਮਰੀਜ਼ ਜਿਹੜੇ ਸੀਗੇ, ਜਦੋਂ ਉਹ ਆਏ ਸੀਗੇ ਅਸੀਂ ਉਹਨਾਂ ਨੂੰ ਭਰਤੀ ਕਰਾਇਆ ਸੀਗਾ ਤਾਂ ਜ਼ੋਰ ਲਾ ਕੇ ਉਹਨਾਂ ਨੂੰ ਸਾਹ ਲੈਣਾ ਪੈ ਰਿਹਾ ਸੀ। ਤੇ ਜਦੋਂ 32 ਸੈਕਟਰ ਦੇ ਗਵਰਨਮੈਂਟ ਹਸਪੀਟਲ 'ਚ ਅਸੀਂ ਗਏ ਹਾਂ ਤਾਂ ਸਾਰੀਆਂ ਜਿਹੜੀਆਂ ਗੈਲਰੀਆਂ ਨੇ ਉਹ ਫੁੱਲ ਸੀ ਮਰੀਜ਼ਾਂ ਦੇ ਨਾਲ, ਸਟ੍ਰੈਚਰਾਂ ਦੇ ਉੱਤੇ ਲੋਕ ਪਏ ਸੀ, ਆਕਸੀਜਨ ਸਭ ਦੇ ਲੱਗੀ ਹੋਈ ਸੀ, ਤੇ ਜ਼ੋਰ ਲਗਾ ਕੇ ਲੋਕ ਸਾਹ ਘੜੀਸ ਕੇ, ਮਤਲਬ ਆਵਾਜ਼ ਆ ਰਹੀ ਸੀ ਉਹਨਾਂ ਦੇ ਸਾਹ ਹੌਂਕਣ ਦੀ, ਸਾਹ ਖਿੱਚਣ ਦੀ। ਸੋ ਜੇ ਇਸ ਹਾਲਤ ਦੇ ਵਿੱਚ ਇੱਕੋ ਸਮੇਂ ਪੂਰੇ ਦੇਸ਼ ਦੇ ਵਿੱਚ ਐਡੀ ਗਿਣਤੀ 'ਚ ਮਰੀਜ਼ ਆਏ ਨੇ ਤਾਂ ਇਹ ਤਾਂ ਰੱਦ ਨਹੀਂ ਕੀਤਾ ਜਾ ਸਕਦਾ ਵੀ ਇਸ ਕਿਸਮ ਦੀ ਕੋਈ ਬਿਮਾਰੀ ਨਹੀਂ। ਨਾ ਹੀ ਇਹ ਰੱਦ ਕੀਤਾ ਜਾ ਸਕਦਾ ਕਿ ਉਹ ਖਤਰਨਾਕ ਨਹੀਂ, ਲੇਕਿਨ ਨਾ ਹੀ ਇਸ ਗੱਲ ਨੂੰ ਰੱਦ ਕੀਤਾ ਜਾ ਸਕਦਾ ਕਿ ਉਹ ਫੈਲਦੀ ਨਹੀਂ। ਸਾਰੀਆਂ ਗੱਲਾਂ ਠੀਕ ਨੇ। ਡਾਕਟਰ ਅਮਰਯਾਦ ਖੱਬੇ ਪੱਖੀਆਂ ਨਾਲ ਹੀ ਰਹੇ ਨੇ ਪਹਿਲਾਂ। ਡਾਕਟਰ ਅਮਰਯਾਦ ਕਹਿੰਦੇ ਆ ਫਲੂ ਹੈ ਇੱਕ, ਜਿਵੇਂ ਸਿੰਪਲ ਫਲੂ ਹੁੰਦਾ, ਕਰੋਨਾ ਹੈ। ਉਹ ਇਹ ਨਹੀਂ ਕਹਿੰਦੇ ਕਰੋਨਾ ਨਹੀਂ ਆ। ਉਹ ਕਹਿੰਦੇ ਜਿੱਦਾਂ ਇਹਨੂੰ ਪੇਸ਼ ਕੀਤਾ ਜਾ ਰਿਹਾ, ਜਿੰਨੀਆਂ ਕੁ ਮੌਤਾਂ ਪਹਿਲਾਂ ਹੁੰਦੀਆਂ ਸੀ ਉਨੀਆਂ ਮੌਤਾਂ ਹੁਣ ਹਸਪਤਾਲ 'ਚ ਜਦੋਂ ਕੋਈ ਹੋਰ ਬਿਮਾਰੀ ਨਾਲ ਵੀ ਜਾਂਦਾ ਉਹ ਕਰੋਨਾ ਦੇ ਖਾਤੇ ਪਾ ਦਿੱਤਾ ਜਾਂਦਾ। ਦੇਖੋ, ਮੈਨੂੰ ਇਹ ਲੱਗਦਾ ਵੀ ਇਹ ਅੰਕੜੇ ਕਿਵੇਂ ਬਣ ਰਹੇ ਨੇ, ਕਿਵੇਂ ਨਹੀਂ ਬਣ ਰਹੇ, ਇਹ ਤਾਂ ਖੈਰ ਟੈਸਟ ਕਰਨ ਵਾਲੀ ਚੀਜ਼ ਹੈ। ਲੇਕਿਨ ਇੱਕ ਗੱਲ ਤਾਂ ਪੱਕੀ ਹੈ ਨਾ ਕਿ ਜੇ ਇੱਕੋ ਸਮੇਂ ਸਾਰੇ ਲੋਕਾਂ ਨੂੰ ਸਾਹ ਦੀ ਹੀ ਸਮੱਸਿਆ ਆ ਰਹੀ ਹੈ ਤਾਂ ਫਿਰ ਇਹ ਤੇ ਡਾਕਟਰ ਅਮਰਯਾਦ ਨੂੰ ਇਸ ਗੱਲ ਦੇ ਉੱਤੇ ਜਵਾਬ ਦੇਣਾ ਪਏਗਾ ਨਾ ਵੀ ਸਾਹ ਦੀ ਤੁਹਾਨੂੰ ਸਮੱਸਿਆ ਸਾਰੇ ਦੇਸ਼ ਨੂੰ ਇੱਕੋ ਸਮੇਂ ਕਿਉਂ ਆ ਗਈ।
ਠੀਕ ਹੈ ਇਨਫਲੂਐਂਜ਼ਾ ਹੈ, ਮਤਲਬ ਇਹ ਇਨਫਲੂਐਂਜ਼ਾ ਵਰਗਾ ਕੁਝ ਹੋਊਗਾ ਹੀ, ਉਹ ਆਪਣੇ ਡਾਕਟਰੀ ਭਾਸ਼ਾ ਦੇ ਵਿੱਚ ਇਸ ਨੂੰ ਜੋ ਕਿਹਾ ਜਾਂਦਾ ਹੈ, ਕਿਉਂਕਿ ਇੱਕ ਤੋਂ ਦੂਜੇ ਨੂੰ ਹੋਣ ਵਾਲਾ ਸੰਕਰਮਣ ਵਾਲਾ ਰੋਗ ਹੈ। ਤੇ ਠੀਕ ਹੈ, ਇਹ ਗੱਲ ਤੇ ਸਹੀ ਹੈ ਕਿ ਹੈਗਾ ਇਨਫਲੂਐਂਜ਼ਾ ਹੀ ਹੈ, ਲੇਕਿਨ ਜੇ ਇੱਕ ਇਨਫਲੂਐਂਜ਼ਾ ਲੋਕਾਂ ਨੂੰ ਮਤਲਬ ਸਾਹ ਘੁੱਟ ਕੇ ਮਾਰ ਰਿਹਾ ਹੈ ਤਾਂ ਫਿਰ ਲਾਜ਼ਮੀ ਉਹਨੂੰ ਮੰਨਣਾ ਹੀ ਪਏਗਾ ਵੀ ਇਹ ਮੈਂ ਤਾਂ ਨਹੀਂ ਸੁਣਿਆ ਵੀ ਕਿਸੇ ਨੂੰ ਜ਼ੁਕਾਮ ਹੋ ਗਿਆ ਇਸ ਕਰਕੇ ਉਹ ਸਾਹ ਰੁੱਕ ਕੇ ਮਰ ਗਿਆ, ਐਸਾ ਤਾਂ ਨਹੀਂ ਹੁੰਦਾ। ਸੋ ਇਹ ਤਾਂ ਕਰੋਨਾ ਦੇ ਮਾਮਲੇ ਦੇ ਵਿੱਚ ਹੋ ਰਿਹਾ ਹੈ ਨਾ ਕਿ ਸਾਹ ਰੁਕ ਗਿਆ। ਤੇ ਜਿਹੜੀ ਗੱਲ ਤੁਸੀਂ ਕਰਦੇ ਹੋ ਬਾਰਡਰਾਂ ਦੇ ਉੱਤੇ, ਦੇਖੋ ਅਸੀਂ ਸੰਯੁਕਤ ਮੋਰਚੇ ਨੇ ਬਕਾਇਦਾ ਫੈਸਲਾ ਕੀਤਾ ਸਰਕਾਰ ਨੂੰ, ਅਸੀਂ ਬਕਾਇਦਾ ਕਿਹਾ ਵੀ ਵੈਕਸੀਨੇਸ਼ਨ ਦੇ ਕੈਂਪ ਸਾਨੂੰ ਚਾਹੀਦੇ ਨੇ ਇੱਥੇ। ਅਸੀਂ ਕਹਿ ਰਹੇ ਹਾਂ ਸਾਰਿਆਂ ਦੀ ਵੈਕਸੀਨੇਸ਼ਨ ਕਰੋ, ਜਿਹੜਾ ਕਰਵਾਉਣਾ ਚਾਹੁੰਦਾ ਹੈ ਵਲੰਟਰਲੀ, ਕੋਈ ਧੱਕਾ ਨਹੀਂ। ਅਸੀਂ ਪਰ ਜੇ ਕੱਲ ਨੂੰ ਟੈਸਟ ਕਰਨ ਲੱਗੇ, ਇਹ ਬਿਆਨ ਆਇਆ ਸੀ ਟੈਸਟ ਨਹੀਂ ਕਰਾਵਾਂਗੇ। ਟੈਸਟ ਦੇ ਮਾਮਲੇ ਸੁਣ ਲਓ, ਟੈਸਟ ਦੇ ਮਾਮਲੇ ਦੇ ਵਿੱਚ ਕੀ ਹੈ, ਉਹ ਮਾਮਲਾ ਕਰੋਨਾ ਦੇ ਉੱਤੇ ਬੇਭਰੋਸਗੀ ਦਾ ਨਹੀਂ ਹੈ, ਉਹ ਮਾਮਲਾ ਸਰਕਾਰ ਦੀ ਨੀਤ ਦੇ ਉੱਤੇ ਬੇਭਰੋਸਗੀ ਦਾ ਹੈ। ਹੁਣ ਜੇ ਸਰਕਾਰ ਦੀ ਨੀਤ ਸਿੱਧੀ ਪੱਧਰੀ ਹੋਵੇ ਤਾਂ ਸਾਨੂੰ ਵੀ ਪਤਾ ਲੱਗੇ, ਲੇਕਿਨ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਸਰਕਾਰ ਦੀ ਨੀਤ ਜਿਹੜੀ ਹੈਗੀ ਹੈ ਉਹ ਬਾਰ-ਬਾਰ ਕਰੋਨਾ ਦੀ ਆੜ ਦੇ ਵਿੱਚ ਜਿਹੜਾ ਉਹ ਬਿਆਨ ਦਿੰਦੇ ਨੇ, ਕਦੇ ਕਹਿੰਦੇ ਕਲੀਨ ਆਪਰੇਸ਼ਨ ਕਰ ਦਾਂਗੇ, ਕਦੇ ਹੋਰ, ਉਸ ਤੋਂ ਸਾਡੇ ਲੋਕਾਂ ਨੂੰ ਇਹ ਲੱਗਣ ਲੱਗ ਜਾਂਦਾ ਕਿ ਇਹ ਟੈਸਟ ਕਰਵਾ ਕੇ ਗਿਣਤੀ ਦਿਖਾ ਕੇ ਕਰੋਨਾ ਪੇਸ਼ੈਂਟਸ ਦੀ ਉਹਦੀ ਆੜ ਦੇ ਵਿੱਚ ਸਾਨੂੰ ਸਾਰੇ ਦੇਸ਼ ਦੇ ਵਿੱਚ ਬਦਨਾਮ ਕਰਨ ਦੇ ਚੱਕਰ 'ਚ ਪੈਣਗੇ। ਸੋ ਅਸੀਂ ਉਹਨਾਂ ਨੂੰ ਇਹ ਕਹਿ ਰਹੇ ਹਾਂ ਵੀ ਟੈਸਟ ਤੁਹਾਡੇ ਤੋਂ ਪੂਰੇ ਦੇਸ਼ 'ਚ ਨਹੀਂ ਹੋ ਰਹੇ। ਸਾਡੇ ਲੋਕ ਜਿਹਨੂੰ ਸਮੱਸਿਆ ਆਊਗੀ ਉਹ ਜਾਊਗਾ, ਟੈਸਟ ਵੀ ਕਰਾਊਗਾ, ਲੇਕਿਨ ਜਿਹੜੀ ਰੋਕਥਾਮ ਹੈ ਉਹ ਵੈਕਸੀਨੇਸ਼ਨ ਨੇ ਕਰਨੀ ਹੈ, ਟੈਸਟ ਨੇ ਨਹੀਂ ਕਰਨੀ। ਟੈਸਟ ਤਾਂ ਠੀਕ ਹੈ, ਜਿਹੜੇ ਬੰਦੇ ਦਾ ਹੁਣ ਮੰਨ ਲਓ ਜਿਹੜਾ ਬੰਦਾ ਮਾੜੀ ਜਿਹੀ ਵੀ ਹਾਲਤ ਉਸਦੀ ਗੰਭੀਰ ਹੋਊਗੀ ਤਾਂ ਲਾਜ਼ਮੀ ਅਸੀਂ ਉਹਨੂੰ ਹਸਪਤਾਲ ਹੀ ਲੈ ਕੇ ਜਾਂਦੇ ਹਾਂ, ਅਸੀਂ ਉਹਦਾ ਝਾੜ ਫੂਕ ਥੋੜੀ ਕਰਾਉਂਦੇ ਹਾਂ। ਜਦ ਹਸਪਤਾਲ ਜਾਂਦੇ ਹਾਂ ਤਾਂ ਉਹਦੇ ਸਾਰੇ ਟੈਸਟ ਹੁੰਦੇ ਹੀ ਨੇ ਉੱਥੇ। ਸੋ ਇਸ ਕਰਕੇ ਟੈਸਟਿੰਗ ਦੀ ਬਜਾਏ ਅਸੀਂ ਕਹਿ ਰਹੇ ਵੈਕਸੀਨੇਸ਼ਨ, ਉਹਦੇ ਤੇ ਜ਼ੋਰ ਲਾਓ, ਵੈਕਸੀਨੇਸ਼ਨ ਉੱਥੇ ਪ੍ਰੋਪਰ ਹੋਵੇ ਔਰ ਉਹ ਚੰਗੀ ਕੰਪਨੀ ਦੀ ਜਿਹੜੀ ਹੈਗੀ ਹੈ, ਸੁਲਝੇ ਹੋਏ ਜਿਹੜੇ ਡਾਕਟਰੀ ਉਹਨੇ ਸਟਾਫ ਹੈ, ਮਾਹਰ ਹੈ, ਉਹਨਾਂ ਦੀ ਅਗਵਾਈ ਦੇ ਵਿੱਚ ਉੱਥੇ ਹੋਵੇ। ਅਸੀਂ ਬਕਾਇਦਾ ਕਿਹਾ ਹੈ ਇਹਦੇ ਤੇ। ਕੀ ਇਹਦੇ ਲਈ ਤਿਆਰੀਆਂ ਹੈਗੀਆਂ ਨੇ ਜੇ ਧਰਨਾ ਚੁਕਾਉਣ ਆ ਜੇ ਸਰਕਾਰ? ਹਾਲਾਂਕਿ ਘੱਟ ਤਾਂ ਹੈ ਉੱਥੇ, ਤੁਹਾਡੀਆਂ ਪਿੰਡਾਂ ਦੀਆਂ ਹੋਰ ਹੁਣ ਕਣਕ ਤਾਂ ਵੱਢ ਲਈ ਲੋਕਾਂ ਨੇ, ਤਿਆਰੀ ਦੇਖੋ ਲੋਕ ਤਿਆਰੀ ਖਿੱਚੀ ਬੈਠੇ ਨੇ। ਉੱਥੇ ਗਿਣਤੀ ਤੁਸੀਂ ਦੇਖ ਰਹੇ ਹੋਵੋਗੇ ਪਿਛਲੇ ਦਿਨਾਂ ਦੇ ਵਿੱਚ ਧਰਨੇ ਦੇ ਉੱਤੇ, ਬਾਰਡਰਾਂ ਦੇ ਉੱਤੇ ਗਿਣਤੀ ਵਧੀ ਹੈ, ਫਿਰ ਤੋਂ ਲੋਕ ਵਾਪਸ ਕੰਮ ਕਰ ਤੋਂ ਵਿਹਲੇ ਹੋ ਕੇ ਉੱਥੇ ਨੂੰ ਗਏ ਨੇ। ਠੀਕ ਹੈ ਕਿ ਸਾਨੂੰ ਆਵਾਜਾਈ ਵਾਲੇ ਮਾਮਲੇ ਦੇ ਉੱਤੇ ਥੋੜੀ ਜਿਹੀ ਦੁਚਿੱਤੀ ਜ਼ਰੂਰ ਰਹਿੰਦੀ ਹੈ ਵੀ ਇਸ ਦੌਰਾਨ ਆਵਾਜਾਈ ਜਿਹੜੀ ਹੈਗੀ ਹੈ ਉਹ ਬਹੁਤ ਸੇਫਟੀ ਦਾ ਆਪਦਾ ਧਿਆਨ ਰੱਖਣ ਦੀ ਗੱਲ ਹੈ, ਉਹ ਆਪਦੇ ਲੋਕਾਂ ਨੂੰ ਬਚਾਉਣ ਦੀ ਗੱਲ ਹੈ, ਉਹ ਕੋਈ ਸਰਕਾਰ ਨੂੰ ਮੰਨਣ ਦਾ ਸੁਣਨ ਦੀ ਗੱਲ ਨਹੀਂ। ਪਰ ਹਾਂ, ਸਾਡੇ ਆਪਣੇ ਲੋਕ ਨਹੀਂ ਸੰਕਰਮਿਤ ਹੋਣੇ ਚਾਹੀਦੇ। ਸਾਡੇ ਜੇ ਪੰਜਾਬ 'ਚ ਵੀ ਇਹ ਬਹੁਤ ਵੱਡੇ ਪੱਧਰ ਤੇ ਆਲਰੇਡੀ ਫੈਲ ਹੀ ਰਿਹਾ, ਸੋ ਇਸ ਕਰਕੇ ਆਵਾਜਾਈ ਦੇ ਦੌਰਾਨ ਲੋਕਾਂ ਨੂੰ ਅਸੀਂ ਜ਼ਰੂਰ ਕਹਿ ਰਹੇ ਹਾਂ ਵੀ ਧਿਆਨ ਰੱਖੋ। ਬਾਕੀ ਜੇ ਸਰਕਾਰ ਟੱਕਰ ਲੈਣ ਦੀ ਕੋਸ਼ਿਸ਼ ਕਰੂਗੀ ਫਿਰ ਕਾਹਦਾ ਕਰੋਨਾ ਤੇ ਕਾਹਦਾ ਕੁਝ ਹੋਰ, ਫਿਰ ਤੇ ਜਵਾਬ ਉਸੇ ਭਾਸ਼ਾ 'ਚ ਦਿੱਤਾ ਜਾਏਗਾ ਜਿਹੜੀ ਭਾਸ਼ਾ 'ਚ ਹਮੇਸ਼ਾ ਅਸੀਂ ਦੇਖ ਰਹੇ ਹਾਂ। ਆਪ ਤਾਂ ਰੈਲੀਆਂ ਹੋ ਰਹੀਆਂ ਸੀ, ਸਭ ਕੁਝ ਹੋ ਰਿਹਾ ਸੀਗਾ। ਇਹੀ ਵੱਡਾ ਸਵਾਲ ਹੈ ਲੋਕਾਂ ਦਾ। ਹੋਰ ਕੁਐਸਚਨ ਕਿਉਂ ਹੈ? ਕਿਉਂ ਸਾਡੇ ਲੋਕ, ਹੁਣ ਤੁਸੀਂ ਕਿਸਾਨ ਆਗੂਆਂ ਦਾ ਵੀ ਕਿਹਾ, ਬਹੁਤ ਸਾਰੇ ਕਿਸਾਨ ਆਗੂ ਸਾਡੇ ਕਹਿੰਦੇ ਸੀ ਵੀ ਯਾਰ ਕਰੋਨਾ ਕੁਛ ਨਹੀਂ, ਪਰ ਉਹ ਕਿਹੜੀ ਚੀਜ਼ ਨੂੰ ਦੇਖ ਕੇ ਕਹਿੰਦੇ ਸੀ? ਉਹ ਇਸ ਚੀਜ਼ ਨੂੰ ਦੇਖ ਕੇ ਕਹਿ ਰਹੇ ਸੀ ਕਿ ਵੀ ਤੁਹਾਡੀਆਂ ਤਾਂ ਬੰਗਾਲ ਰੈਲੀਆਂ ਜਿਹੜੀਆਂ 2-2 ਲੱਖ ਦੀਆਂ ਹੋ ਰਹੀਆਂ ਨੇ, ਜੇ ਉਹੀ ਸਰਕਾਰ ਜਿਹੜੀ 2-2 ਲੱਖ ਦੀਆਂ ਬੰਗਾਲ ਦੇ ਵਿੱਚ ਰੈਲੀ ਕਰੇ, ਉਹੀ ਸਰਕਾਰ ਜਿਹੜੀ ਹੈਗੀ ਉਹ ਸਾਨੂੰ ਕਹੇ ਵੀ ਤੁਹਾਡੇ ਧਰਨੇ ਕਰਕੇ ਕਰੋਨਾ ਫੈਲੂਗਾ, ਕੌਣ ਮੰਨੂਗਾ? ਸੋ ਇਸ ਕਰਕੇ, ਲੇਕਿਨ ਦੂਜੇ ਪਾਸੇ ਮੈਂ ਇਸ ਮੰਚ ਦੇ ਰਾਹੀਂ ਇਹ ਜ਼ਰੂਰ ਲੋਕਾਂ ਨੂੰ ਆਪਣਿਆਂ ਨੂੰ ਕਹਾਂਗਾ ਕਿ ਸਰਕਾਰ ਜੋ ਮਰਜ਼ੀ ਬਕਵਾਸ ਕਰਦੀ ਰਹੇ, ਲੇਕਿਨ ਇਹ ਗੱਲ ਸੱਚ ਹੈ ਕਿ ਕਰੋਨਾ ਖਤਰਨਾਕ ਹੈ। ਲੋਕ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ, ਇਹ ਸੈਕਿੰਡ ਵੇਵ, ਬਾਕੀ ਪਹਿਲੀ ਵੇਵ ਦੇ ਵਿੱਚ ਸਾਨੂੰ ਵੀ ਇੱਦਾਂ ਲੱਗਦਾ ਸੀਗਾ ਵੀ ਕੋਈ ਖਾਸ ਕੁਛ ਨਹੀਂ ਹੈ, ਬਟ ਆ ਸੈਕਿੰਡ ਵੇਵ ਦੇ ਵਿੱਚ ਜਿਸ ਕਿਸਮ ਨਾਲ ਆਕਸੀਜਨ ਦੀ ਕਮੀ, ਜਿਸ ਕਿਸਮ ਨਾਲ ਦਵਾਈਆਂ ਦੀ ਘਾਟ ਜਿਹੜੀ ਹੈਗੀ, ਜਿਸ ਕਿਸਮ ਨਾਲ ਲੋਕਾਂ ਨੂੰ ਹਸਪਤਾਲ 'ਚ ਜਗ੍ਹਾ ਨਹੀਂ ਮਿਲ ਰਹੀ, ਸੋ ਕਰੋਨਾ ਖਤਰਨਾਕ ਹੈ, ਇਸ ਤੋਂ ਬਚ ਕੇ ਰਹਿਣ ਦੀ ਲੋੜ ਹੈ। ਲੇਕਿਨ ਮੈਂ ਉਹਦੇ 'ਚ ਜ਼ੋਰ ਕਿਹੜੀ ਗੱਲ 'ਤੇ ਦੇਣਾ ਚਾਹੁੰਦਾ, 6 ਚੀਜ਼ਾਂ ਨੇ। ਦੇਖੋ, 3 ਉਹ ਚੀਜ਼ਾਂ ਨੇ ਜਿਹੜੀਆਂ ਇਸ ਤੋਂ ਰੋਕਥਾਮ ਕਰਾਉਂਦੀਆਂ ਨੇ, ਤੇ 3 ਉਹ ਚੀਜ਼ਾਂ ਨੇ ਜਿਹੜਾ ਬਿਮਾਰ ਹੋ ਗਿਆ ਉਹਨੂੰ ਬਚਾਉਂਦੀਆਂ ਨੇ। ਸੋ ਉਹ ਕਿਹੜੀਆਂ ਨੇ? ਆਕਸੀਜਨ, ਹਸਪਤਾਲ ਦਾ ਬੈੱਡ ਤੇ ਮੈਡੀਸਿਨ। ਇਹ 3 ਚੀਜ਼ਾਂ ਨੇ ਜਿਹੜੀਆਂ ਕਿਸੇ ਬਿਮਾਰ ਪਏ ਵਿਅਕਤੀ ਨੂੰ ਬਚਾਉਣਗੀਆਂ। 3 ਉਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਫੈਲਣ ਤੋਂ ਬਚਾਉਂਦੀਆਂ ਨੇ। ਉਹ ਕੀ ਹੈ? ਇੱਕ ਵੈਕਸੀਨੇਸ਼ਨ, ਦੂਜੀ ਮਾਸਕ, ਤੇ ਤੀਜੀ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ। ਹੁਣ ਹਾਲਤ ਕੀ ਹੈ ਵੀ ਇਹ 6 ਦੇ ਵਿੱਚੋਂ 4 ਸਰਕਾਰ ਦੇ ਕਰਨ ਦੀਆਂ ਨੇ। ਆਕਸੀਜਨ ਸਰਕਾਰ ਨੇ ਪਹੁੰਚਾਉਣੀ ਹੈ, ਮੈਡੀਸਿਨ ਸਰਕਾਰ ਨੇ ਦੇਣੀ ਹੈ, ਹਸਪਤਾਲ ਦੇ ਬੈੱਡਾਂ ਦਾ ਇੰਤਜ਼ਾਮ ਸਰਕਾਰ ਨੇ ਕਰਨਾ ਹੈ, ਵੈਕਸੀਨੇਸ਼ਨ ਦਾ ਇੰਤਜ਼ਾਮ ਸਰਕਾਰ ਨੇ ਕਰਨਾ ਹੈ। ਸਾਡੇ ਕਰਨ ਵਾਲੇ ਬੱਚੇ ਨੇ ਸਿਰਫ 2 ਕੰਮ, ਇੱਕ ਮਾਸਕ ਪਾਉਣਾ ਤੇ ਦੂਜਾ ਹੈਗਾ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣਾ। ਲੇਕਿਨ ਸਰਕਾਰ ਆਪਣੇ ਸਾਰੇ ਕੰਮ ਛੱਡ ਕੇ 4 ਕੰਮਾਂ 'ਚ ਫੇਲ, ਦੂਜੇ ਪਾਸੇ ਜਿਹੜਾ ਸਾਡੇ ਵਾਲੇ 2 ਕੰਮ ਨੇ ਉਸ ਦੇ ਉੱਤੇ ਸਰਕਾਰ ਨੇ ਪੁਲਿਸ ਦਾ ਡੰਡਾ ਚਾੜ ਰੱਖਿਆ। ਚਲਾਨ ਕੱਟ ਤੇ 2-2 ਚਲਾਨ ਕੱਟ ਦੋ 2-2 ਹਜ਼ਾਰ ਰੁਪਏ ਦੇ, ਚੱਕ ਕੇ ਬੰਦਿਆਂ ਨੂੰ ਜੇਲ੍ਹ ਦੇ ਵਿੱਚ ਤੱਕ ਆ ਪਿਛਲੇ ਦਿਨਾਂ ਦੇ ਗ੍ਰਿਫਤਾਰੀਆਂ ਤੱਕ ਹੋਈਆਂ ਨੇ, ਪੰਜਾਬ 'ਚ ਵੀ ਹੋਈਆਂ ਨੇ, ਹੋਰ ਥਾਵਾਂ ਤੇ ਹੋ ਰਹੀਆਂ ਨੇ। ਜਾਂਦੇ ਆਣ ਦੇ ਉੱਤੇ ਲੋਕਾਂ ਨੂੰ ਅਵੇਅਰਨੈਸ ਦਿਓ, ਲੋਕ ਆਪਦੀ ਰਾਖੀ ਆਪ ਕਰ ਲੈਣਗੇ। ਲੋਕ ਅੱਜ ਡਰੇ ਹੋਏ ਵੀ ਨੇ, ਖਾਸ ਕਰਕੇ ਸ਼ਹਿਰਾਂ ਦੇ ਵਿੱਚ ਲੋਕ ਬਹੁਤ ਚਿੰਤਤ ਨੇ ਇਸ ਗੱਲ ਨੂੰ ਲੈ ਕੇ। ਲੇਕਿਨ ਐਟ ਦੀ ਸੇਮ ਟਾਈਮ ਤੁਸੀਂ ਕਹਿੰਦੇ ਲੋਕਡਾਊਨ ਕਰ ਦਿਓ, ਲੋਕਾਂ ਨੂੰ ਘਰੇ ਬਾੜ ਦਿਓ, ਸਾਰੀ ਜ਼ਿੰਮੇਵਾਰੀ ਲੋਕਾਂ ਦੇ ਸਿਰ ਪਾਉਂਦੇ ਆ। ਸੋ ਲੋਕਾਂ ਦੇ ਸਿਰ ਜ਼ਿੰਮੇਵਾਰੀ ਪਾਣੀ ਬੰਦ ਕਰੋ, ਆਕਸੀਜਨ ਦਾ ਇੰਤਜ਼ਾਮ ਕਰੋ, ਵੈਕਸੀਨੇਸ਼ਨ ਦਾ ਇੰਤਜ਼ਾਮ ਕਰੋ। ਅੱਜ ਪੰਜਾਬ ਦੇ ਚੀਫ ਮਿਨਿਸਟਰ ਨੂੰ ਟਵੀਟ ਕਰਕੇ ਕਹਿਣਾ ਪੈ ਰਿਹਾ ਮੇਰੇ ਕੋਲ ਸਿਰਫ 50,000 ਡੋਜ਼ਾਂ ਬਚੀਆਂ।
ਸੋ ਜੇ ਇਹ ਹਾਲਤ ਹੈ ਤਾਂ ਇਹਦਾ ਇਲਾਜ ਕਿਹਨੇ ਕਰਨਾ? ਇਹ ਲੋਕਾਂ ਨੇ ਤਾਂ ਲੋਕਡਾਊਨ ਨੇ ਤਾਂ ਨਹੀਂ ਕਰਨਾ ਇਹ। ਸੋ ਇਸ ਕਰਕੇ ਸਾਡਾ ਇਹ ਕਹਿਣਾ ਹੈ ਕਿ ਜਦੋਂ ਪੂਰਾ ਦੇਸ਼ ਉਹ ਬਿਲਕੁਲ ਟਾਈਮ ਸੀ, ਪਿਛਲੇ ਸਾਲ ਦਾ ਜਿਹੜਾ ਪੂਰਾ ਸਮਾਂ ਸੀਗਾ ਸਰਕਾਰ ਕੋਲ, ਦਸੰਬਰ ਤੋਂ ਵੈਕਸੀਨੇਸ਼ਨ ਆਈ ਹੋਈ ਹੈ। ਫੇਲਿਅਰ ਕਿਉਂ ਆਈ? ਇਹ ਦਸੰਬਰ ਤੋਂ ਵੈਕਸੀਨੇਸ਼ਨ ਆਈ ਹੋਈ ਹੈ। ਸਰਕਾਰ ਨੂੰ ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਬਿਲਕੁਲ ਵੀ ਫੇਲਿਅਰ ਕਾਹਦਾ ਇਹ ਸਰਕਾਰ ਦਾ ਫੇਲਿਅਰ ਹੈ ਜਿਹੜਾ ਹੁਣ ਸਰਕਾਰ ਜਿਹੜੀ ਆ ਉਹ ਇਹ ਸਾਡੇ ਧਰਨੇ ਨੂੰ ਦਿਖਾ ਕੇ ਜਾਂ ਲੋਕਡਾਊਨ ਦੇ ਨਾਂ ਦੇ ਉੱਤੇ ਹੁਣ ਲੋਕਾਂ ਦੇ ਗਲ ਪਾਉਣਾ ਚਾਹੁੰਦੀ ਹੈ। ਇਹ ਅਸੀਂ ਨਹੀਂ ਹੋਣ ਦੇ ਰਹੇ। ਸੋ ਇਸ ਕਰਕੇ ਵੈਕਸੀਨੇਸ਼ਨ ਦੇ ਉੱਤੇ ਮੇਰਾ ਜ਼ਰੂਰ ਕਹਿਣਾ ਹੈ, ਬਹੁਤ ਸਾਰਾ ਸਾਡੇ ਆਪਣੇ ਲੋਕਾਂ ਦੇ ਵਿੱਚ ਡਰ ਹੈ ਵੀ ਵੈਕਸੀਨੇਸ਼ਨ ਸ਼ਾਇਦ ਕੋਈ ਉਹਦੇ ਬੜੇ ਭਰਮ ਭੁਲੇਖੇ ਨੇ, ਬਲਕਿ ਮੈਂ ਕਹਿੰਦਾ ਕਈ ਬੜੇ ਚੰਗੇ ਭਲੇ ਵਿਗਿਆਨਿਕ ਬੰਦਿਆਂ ਨੇ ਵੈਕਸੀਨੇਸ਼ਨ ਦੇ ਮਤਲਬ ਬਾਰੇ ਜਿਹੜੀ ਹੈ ਕਨਫਿਊਜ਼ਨ ਕ੍ਰੀਏਟ ਕੀਤੀ ਹੈ ਉਹਦੇ 'ਚ। ਲੇਕਿਨ ਮੈਂ ਬਹੁਤ ਸਪਸ਼ਟ ਹਾਂ ਕਿ ਇਤਿਹਾਸ, ਮੈਂ ਵਿਗਿਆਨ ਦਾ ਵਿਦਿਆਰਥੀ ਰਿਹਾ, 1700 ਕੁਛ ਦੇ ਵਿੱਚ ਵੈਕਸੀਨੇਸ਼ਨ ਦੇ ਉੱਤੇ ਰਿਸਰਚ ਸ਼ੁਰੂ ਹੋ ਗਈ ਸੀ। ਡਾਕਟਰ ਲੂਈ ਪਾਸਚਰ ਦਾ ਨਾਮ ਮੈਂ ਲਵਾਂਗਾ ਵੀ ਪਾਗਲ ਕੁੱਤਿਆਂ ਦੇ ਮੂੰਹ ਦੇ ਵਿੱਚੋਂ ਉਸਨੇ ਸਲਾਈਵਾ ਜਿਹਨੂੰ ਕਹਿੰਦੇ ਆਪਾਂ, ਉਹਨਾਂ ਦਾ ਥੁੱਕ ਉਹ ਨਾਲੀ ਦੇ ਨਾਲ ਚੂਸ ਕੇ ਉਹਦੇ ਤੇ ਤਜਰਬੇ ਕੀਤੇ, ਆਪਦੀ ਜੀਵਨ ਜਿਹੜਾ ਹੈਗਾ ਉਹ ਖਤਰੇ 'ਚ ਪਾ ਕੇ। ਤੇ ਉਸ ਤੋਂ ਬਾਅਦ ਇਸ ਤੇ ਪੂਰੀਆਂ 2 ਸਦੀਆਂ ਰਿਸਰਚ ਹੋ ਚੁੱਕੀ ਹੈ। ਵੈਕਸੀਨੇਸ਼ਨ ਸਾਡੇ ਕੋਲ ਇੱਕੋ ਇੱਕ ਤਰੀਕਾ ਸਾਰੇ ਵਾਇਰਸਾਂ ਤੋਂ ਬਚਾਉਣ ਦਾ, ਹੁਣ ਤੱਕ ਦਾ ਜੋ ਇੱਕੋ ਇੱਕ ਤਰੀਕਾ ਹੈ ਉਹ ਹੈ ਕਿ ਵੈਕਸੀਨ ਉਸੇ ਵਾਇਰਸ ਤੋਂ, ਉਹਨੂੰ ਇੱਕ ਤਰ੍ਹਾਂ ਨਾਲ ਮਰਿਆ ਹੋਇਆ ਵਾਇਰਸ, ਉਹਦੇ ਤੋਂ ਤਿਆਰ ਕੀਤੀ ਹੋਈ ਸਰੀਰ ਦੇ ਵਿੱਚ ਇੰਜੈਕਸ਼ਨ ਲਾਇਆ ਜਾਂਦਾ ਹੈ, ਜਿਹਦੇ ਕਰਕੇ ਸਰੀਰ ਜਿਹੜਾ ਉਵੇਂ ਹੀ ਰਿਸਪੌਂਡ ਕਰਦਾ ਜਿਵੇਂ ਉਹਨੇ ਜਿਉਂਦੇ ਵਾਇਰਸ ਤੇ ਕਰਨਾ ਸੀ। ਸੋ ਉਹਦੇ ਨਾਲ ਸਰੀਰ ਦੇ ਵਿੱਚ ਰੋਕਥਾਮ ਜਿਹੜੀ ਹੈ ਬਿਮਾਰੀ ਦੇ ਪ੍ਰਤੀ ਪਹਿਲਾਂ ਹੀ ਪੈਦਾ ਹੋ ਜਾਂਦੀ ਹੈ, ਜਿਹਦੇ ਕਰਕੇ ਬੰਦੇ ਦੀ ਜਾਨ ਨਹੀਂ ਜਾਂਦੀ। ਘੱਟੋ ਘੱਟ ਜੇ ਵੈਕਸੀਨ ਲੱਗੀ ਹੋਈ ਹੈ ਤੁਹਾਨੂੰ ਕਰੋਨਾ ਫਿਰ ਵੀ ਹੋ ਸਕਦਾ ਹੈ। 80% ਲੋਕਾਂ ਨੂੰ ਨਹੀਂ ਹੁੰਦਾ, ਲੇਕਿਨ 20% ਲੋਕਾਂ ਨੂੰ ਕਰੋਨਾ ਉਸ ਤੋਂ ਬਾਅਦ ਵੀ ਹੁੰਦਾ, ਲੇਕਿਨ ਉਹ ਲੋਕ ਘੱਟੋ ਘੱਟ ਮੌਤ ਦੇ ਮੂੰਹ 'ਚ ਨਹੀਂ ਜਾਂਦੇ। ਸੋ ਇਹ ਗਰੰਟੀ ਹੈ। ਇੱਕ ਜਿਹੜੀ ਨਵੀਂ ਤਕਨੀਕ ਹੁਣ ਆਈ ਹੈ, ਜਿਹੜੀ ਅਮੀਰ ਲੋਕ ਜਾ ਰਹੇ ਨੇ ਦੁਬਈ ਦੇ ਵਿੱਚ ਫਾਈਜ਼ਰ ਵਾਲੀ ਵੈਕਸੀਨ ਲੈ ਲਓ, ਉਹ ਇੱਕ ਨਵੀਂ ਤਕਨੀਕ ਹੈ। ਇਹ ਬਿਲਕੁਲ ਨਵੀਂ ਹੋ ਸਕਦਾ, ਅਗਲਾ ਨੋਬਲ ਪ੍ਰਾਈਜ਼ ਇਸ ਤਕਨੀਕ ਨੂੰ ਮਿਲੇ। ਉਹ ਜਿਹੜੀ ਡਾਕਟਰ, ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ, ਬਹੁਤ ਸਾਡੇ ਖਾਸ ਕਰਕੇ ਖੱਬੀ ਪੱਖੀ ਹਲਕਿਆਂ ਦੇ ਵਿੱਚ ਇੱਕ ਪ੍ਰਚਾਰ ਇਹ ਹੁੰਦਾ ਵੀ ਇਹ ਤਾਂ ਸਿਰਫ ਕੰਪਨੀਆਂ ਦੇ ਪ੍ਰੋਫਿਟੇਰਿੰਗ ਵਾਸਤੇ ਹੈ, ਇਹ ਤਾਂ ਕੰਪਨੀਆਂ ਦੀ ਲੁੱਟ ਦਾ ਇੱਕ ਸਾਧਨ ਹੈ। ਬਿਲਕੁਲ ਫਾਰਮਾ ਕੰਪਨੀਆਂ ਲੁੱਟ ਕਰਦੀਆਂ ਨੇ, ਨੋ ਡਾਊਟ ਕਰਦੀਆਂ ਨੇ ਉਹ, ਬਲਕਿ ਆਪਣੀਆਂ ਲੁੱਟ ਜਿਹੜੀ ਹੈ ਉਹਨੂੰ ਹੋਰ ਵੱਧ ਤੋਂ ਵੱਧ ਕਿਵੇਂ ਵਧਾਉਣਾ ਸਾਰਾ ਜ਼ੋਰ ਲਾਉਂਦੀਆਂ ਨੇ। ਲੇਕਿਨ ਇਹ ਗੱਲ ਨਾ ਭੁੱਲੀਏ ਕਿ ਇਹ ਜਿਹੜੀ ਡਾਕਟਰ ਕੈਟਲਿਨ, ਸ਼ਾਇਦ ਉਹਨਾਂ ਦਾ ਨਾਮ ਹੈ, ਕੇਟੀ ਕਹਿੰਦੇ ਨੇ ਉਹਨਾਂ ਨੂੰ, ਡਾਕਟਰ ਕੈਟਲਿਨ ਇੱਕ ਬੁੱਚਰ ਦੀ ਕੁੜੀ ਹੈ, ਮਤਲਬ ਹੰਗਰੀ ਦੇ ਇੱਕ ਝਟਕਈ ਦੀ ਕੁੜੀ। ਉਹ ਜੀਵਨ ਦੇ ਵਿੱਚ ਸੁਪਨਾ ਲੈਂਦੀ ਹੈ ਕਿ ਮੈਂ ਵਿਗਿਆਨੀ ਬਣਨਾ। 20 ਸਾਲ ਦੀ ਉਮਰ ਦੇ ਵਿੱਚ ਇਕੱਲੀ ਅਮਰੀਕਾ ਆਉਂਦੀ ਹੈ, ਧੱਕੇ ਖਾ ਕੇ ਪੜ੍ਹੀ ਹੈ ਉਹ ਬੀਬੀ। ਪੈਨਸਿਲਵੇਨੀਆ ਯੂਨੀਵਰਸਿਟੀ ਦੇ ਵਿੱਚ ਬਹੁਤ ਲੋਅਰ ਗ੍ਰਾਂਟਾਂ ਦੇ ਉੱਤੇ ਉਹ ਟਿਕੀ ਰਹਿੰਦੀ ਸੀ, ਅਤੇ ਜਿੱਥੇ ਉਹਦੀ ਗ੍ਰਾਂਟ ਖਤਮ ਹੋ ਜਾਂਦੀ ਸੀ ਉਸ ਤੋਂ ਬਾਅਦ ਉਹਨੂੰ ਕੋਈ ਹੋਰ ਜੌਬਸ ਕਰਨੀਆਂ ਪੈਂਦੀਆਂ ਸੀ। ਉਹਨਾਂ ਹਾਲਤਾਂ ਦੇ ਵਿੱਚ ਪੜ੍ਹਨ ਵਾਲੀ ਇੱਕ ਵਿਗਿਆਨਕ ਜਿਹੜੀ ਹੈਗੀ ਹੈ, ਕਮਲਿਆਂ ਵਾਂਗੂ ਸਾਰੀ ਜ਼ਿੰਦਗੀ ਲੱਗੀ ਰਹੀ ਹੈ। ਸਿਰਫ ਉਹਦਾ ਇੱਕ ਆਈਡੀਆ ਸੀਗਾ ਕਿ ਇੱਕ RNA ਨਾਂ ਦੀ ਚੀਜ਼ ਹੁੰਦੀ ਹੈ ਸਾਡੇ ਵਿੱਚ। ਉਹ ਕਹਿੰਦੀ ਕਿ RNA ਨੂੰ ਜੇ ਹੈਕ ਕਰ ਲਿੱਤਾ ਜਾਵੇ ਤਾਂ ਇਹਦੇ ਰਾਹੀਂ ਸਰੀਰ ਦੇ ਅੰਦਰ ਕੋਈ ਮਰਜ਼ੀ ਪ੍ਰੋਟੀਨ ਬਣਾਉਣ ਦਾ ਜਿਹੜਾ ਇੰਸਟਰਕਸ਼ਨ ਹੈ ਉਹ ਕਿਸੇ ਮੋਲੀਕਿਊਲ ਨੂੰ ਦਿੱਤੀ ਜਾ ਸਕਦੀ ਹੈ, ਕਿਸੇ ਵੀ ਸੈੱਲ ਨੂੰ ਦਿੱਤੀ ਜਾ ਸਕਦੀ ਹੈ। ਇਹ ਖੋਜ ਹੈ ਉਸਦੀ। ਸੋ ਇਸ ਖੋਜ ਨੂੰ ਕੋਈ ਸੁਣਨ ਨੂੰ ਤਿਆਰ ਨਹੀਂ ਸੀ ਇੰਨੇ ਸਾਲਾਂ ਤੋਂ, ਅਤੇ ਪਹਿਲੀ ਵਾਰੀ ਇਸ ਖੋਜ ਦੇ ਆਧਾਰਿਤ ਜਿਹੜੀ ਫਾਈਜ਼ਰ ਵਾਲੀ ਵੈਕਸੀਨ ਹੈ ਉਹ ਮਾਰਕੀਟ ਦੇ ਵਿੱਚ ਆਈ ਹੈ, ਟੈਸਟ ਹੋ ਗਈ ਹੈ। ਸਭ ਤੋਂ ਵੱਡਾ ਦਾਅਵਾ 96% ਦੀ ਮਤਲਬ ਸਕਸੈਸ ਦਾ ਦਾਅਵਾ ਜਿਹੜਾ ਹੈਗਾ ਉਸੇ ਵੈਕਸੀਨ ਦਾ ਹੈ, ਅਤੇ ਉਹ ਅਸੀਂ ਤਾਂ ਉਮੀਦ ਕਰਦੇ ਹਾਂ ਵੀ ਆਉਣ ਵਾਲਾ ਨੋਬਲ ਪ੍ਰਾਈਜ਼ ਸ਼ਾਇਦ ਡਾਕਟਰ ਕੇਟ ਨੂੰ ਮਿਲੇ। ਲੇਕਿਨ ਇਹ ਜਿਹੜਾ ਮਤਲਬ ਲੱਗਦਾ ਤਾਂ ਇਹ ਸੀ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ, ਲੋਕ ਕਹਿੰਦੇ ਸੀ ਉਹਨਾਂ ਦੇ ਸਮਰਥਕ ਕਿ ਅਸੀਂ ਵੈਕਸੀਨ ਦੇਤੀ, ਇੱਥੇ ਘਟ ਗਈ। ਲੇਕਿਨ ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ, ਜਿਹੜੀ ਗੱਲ ਦਾ ਮੇਰਾ ਪੁਆਇੰਟ ਹੈ ਇਸ ਦੇ ਵਿੱਚ, ਕਿ ਬਈ ਇਹ ਵਿਗਿਆਨੀਆਂ ਦੀ ਜਿਹੜੀ ਕੋਸ਼ਿਸ਼ਾਂ ਨੇ ਇਹ ਉਹਦੇ ਸਿਰ ਤੇ, ਡਾਕਟਰ ਲੂਈ ਪਾਸਚਰ ਤੋਂ ਲੈ ਕੇ ਡਾਕਟਰ ਕੇਟੀ ਤੱਕ ਦੀ ਜਿਹੜੀਆਂ ਕੋਸ਼ਿਸ਼ਾਂ ਨੇ ਇਹ ਉਹਦੇ ਸਿਰ ਤੇ ਆਈ ਹੈ ਵੈਕਸੀਨ। ਇਹ ਉਸ ਵਿਗਿਆਨ ਦੀ ਦੇਣ ਹੈ, ਇਹ ਸਰਕਾਰਾਂ ਦੀ ਜਾਂ ਕਿਸੇ ਫਾਈਜ਼ਰ ਨਾਂ ਦੀ ਕੰਪਨੀ ਦੀ ਦੇਣ ਨਹੀਂ ਹੈ। ਉਹ ਇਸ 'ਚੋਂ ਮੁਨਾਫਾ ਕਮਾਉਂਦੇ ਨੇ, ਇਹ ਵੱਖਰਾ ਮਾਮਲਾ ਹੈ, ਇਹ ਇੱਕ ਪੋਲੀਟੀਕਲ ਕੁਐਸਚਨ ਹੈ, ਇਹ ਇੱਕ ਰਾਜਨੀਤਿਕ ਆਰਥਿਕਤਾ ਦਾ ਸਵਾਲ ਹੈ। ਲੇਕਿਨ ਉਸ ਵਿਗਿਆਨ ਨੂੰ ਚੈਲੰਜ ਜਿਹੜਾ ਕਰਨਾ, ਉਸ ਦੇ ਬਾਰੇ ਭੰਬਲ ਭੁੱਸੇ ਜਿਹੜੇ ਪੈਦਾ ਕਰ ਦੇਣੇ ਨੇ, ਇਹਨੇ 3 ਸਦੀਆਂ ਦੀ ਰਿਸਰਚ ਦੇ ਉੱਤੇ ਜਿਹੜਾ ਪਾਣੀ ਫੇਰਨ ਤੱਕ ਚੱਲ ਜਾਂਦੇ। ਮੈਂ ਨਹੀਂ ਮੰਨਦਾ ਇਸ ਕਿਸਮ ਦੇ ਜਿਹੜੇ ਮਤਲਬ ਇਹਨਾਂ ਨੂੰ ਮੈਂ ਸਿਊਡੋ ਸਾਇੰਸ ਕਰਨ ਵਾਲੇ ਬੰਦੇ ਕਹੂੰਗਾ, ਜਿਹੜੇ ਇਹ ਇਸ ਕਿਸਮ ਦਾ ਪ੍ਰਚਾਰ ਇਸ ਵੇਲੇ ਫੈਲਾ ਰਹੇ ਨੇ। ਹੁਣ ਲੋਕ ਨਹੀਂ ਤਾਂ ਸਾਰਾ ਕੁਝ ਪੜ੍ਹਦੇ, ਲੇਕਿਨ ਇਹ ਤਾਂ ਪੜ੍ਹੇ ਲਿਖੇ ਬੰਦੇ ਨੇ। ਸੋ ਇਸ ਕਿਸਮ ਦੀ ਜਿਹੜੀ ਐਂਟੀ ਵੈਕਸੀਨੇਸ਼ਨ ਥਿਊਰੀਜ਼ ਨੇ ਬਹੁਤ ਆਉਂਦੀਆਂ ਰਹੀਆਂ ਨੇ। ਹਰ ਵੈਕਸੀਨ ਤੋਂ ਪਹਿਲਾਂ ਆਈ ਹੈ, ਪੋਲੀਓ ਦੀ ਵੈਕਸੀਨ ਵੇਲੇ ਵੀ ਇਹੀ ਸੀ। ਇਹ ਹੋਰ ਵੀ ਇਨਸਾਈਕਲੋਪੀਡੀਆ ਹਰ ਵੈਕਸੀਨ ਬਾਰੇ, ਹਰ ਵੈਕਸੀਨ ਤੋਂ ਪਹਿਲਾਂ ਇਹ ਥਿਊਰੀਆਂ ਆਉਂਦੀਆਂ ਨੇ, ਔਰ ਸੇਮ ਹੀ ਕਿਹਾ ਜਾਂਦਾ ਹੈ। ਹਰੇਕ ਵੈਕਸੀਨ ਬਾਰੇ ਜਿਹੜੇ ਭਰਮ ਫੈਲੇ ਜਾਂਦੇ ਨੇ ਉਹੀ ਹੁੰਦੇ ਨੇ ਕਿ ਇਹਦੇ ਨਾਲ ਤੁਹਾਡੇ ਬੱਚੇ ਨਹੀਂ ਪੈਦਾ ਹੋਣਗੇ, ਇਹਦੇ ਨਾਲ ਲੋਕ ਪਾਗਲ ਹੋ ਜਾਣਗੇ, ਇਹਦੇ ਨਾਲ ਨਸਲਕੁਸ਼ੀ ਕਰ ਦੂਗੀ ਸਰਕਾਰ। ਇਹ ਸੇਮ ਕੁਐਸਚਨ ਹਰ ਵੈਕਸੀਨ ਤੋਂ ਪਹਿਲਾਂ ਹਰ ਮੁਲਕ 'ਚ ਆਏ ਨੇ। ਸੋ ਆਪਾਂ ਸਮਝ ਲਈਏ ਵੀ ਇਹ ਇੱਕ ਫਿਨੋਮੀਨਾ ਹੈ, ਇਹ ਇੱਕ ਸੋਸ਼ਲ ਫਿਨੋਮੀਨਾ ਹੈ, ਇਹ ਕੋਈ ਮੈਡੀਕਲ ਸਾਇੰਸ ਦੀ ਕੋਈ ਗੱਲ ਨਹੀਂ ਹੈਗੀ ਇਸ ਦੇ ਵਿੱਚ। ਸੋ ਇਸ ਕਰਕੇ ਮੈਂ ਤਾਂ ਆਪਣੀ ਗੱਲਬਾਤ ਦੇ ਵਿੱਚੋਂ ਇਹੀ ਅਪੀਲ ਕਰਨਾ ਚਾਹੁੰਦਾ ਕਿ ਸਰਕਾਰ ਬਿਲਕੁਲ ਆਪਦੀਆਂ ਜ਼ਿੰਮੇਵਾਰੀਆਂ ਦੇਖੇ, ਸਾਡੇ ਧਰਨੇ ਵੱਲ ਦੇਖਣ ਦੀ ਕੋਸ਼ਿਸ਼ ਵੀ ਨਾ ਕਰੇ, ਅਤੇ ਜਿਹੜੀ ਗੱਲ ਸਾਡੀ ਕਰਨ ਵਾਲੀ ਹੈ, ਅਸੀਂ ਮਾਸਕ ਜ਼ਰੂਰ ਪਾਈਏ, ਅਸੀਂ ਦੂਰੀ ਜ਼ਰੂਰ ਬਣਾ ਕੇ ਰੱਖੀਏ, ਅਤੇ ਵੈਕਸੀਨ ਜ਼ਰੂਰ ਲਵਾਈਏ। ਇਹ ਸਾਡੇ ਕਾਰਨ। ਪਰ ਹੁਣ ਵੈਕਸੀਨ ਦੇਣੀ ਤੇ ਸਰਕਾਰ ਨੇ ਲਿਆ ਕੇ, ਜੇ ਸਰਕਾਰ ਕੋਲ ਵੈਕਸੀਨ ਦੀ ਕਮੀ ਹੈ, ਵੈਕਸੀਨ ਦੇ ਆਰਡਰ ਹੀ ਨਹੀਂ ਸਰਕਾਰ ਨੇ ਪਲੇਸ ਕੀਤੇ, ਜੇ ਸਰਕਾਰ ਜਿਹੜੀ ਹੈ ਪਿਛਲੇ ਸਮੇਂ ਦੇ ਵਿੱਚ ਉਹ ਜਿਹੜਾ ਆਧਾਰ ਪੂਨਾ ਵਾਲਾ ਇਹਨਾਂ ਦਾ ਲਾਡਲਾ, ਉਹ ਅੱਜ
ਅੱਜ ਦੇ ਅਖਬਾਰਾਂ ਦੇ ਵਿੱਚ ਖਬਰ ਹੈ ਕਿ ਬੋਰਿਸ ਜੌਨਸਨ ਜਿਹੜਾ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਹੈ, ਉਹਨੇ ਆਨਲਾਈਨ ਮੀਟਿੰਗ ਕੀਤੀ ਹੈ ਪ੍ਰਧਾਨ ਮੰਤਰੀ ਦੇ ਨਾਲ। ਕਾਹਦੇ ਵਾਸਤੇ? ਕਿ ਇੰਡੀਆ ਤੇ ਉਹਨਾਂ ਦੀਆਂ ਆਪਸੀ ਕੋਈ ਟ੍ਰੇਡ ਸੰਧੀਆਂ ਹੋਣੀਆਂ ਨੇ। ਉਹਦਾ ਜ਼ਿਕਰ ਮੈਂ ਇਸ ਕਰਕੇ ਕਰ ਰਿਹਾ ਵੀ ਉਸ ਟ੍ਰੇਡ ਸੰਧੀ ਸਭ ਤੋਂ ਇੰਪੋਰਟੈਂਟ ਟ੍ਰੇਡ ਸੰਧੀ ਜਿਹੜੀ ਹੈਗੀ ਹੈ ਉਹ ਹੈਗੀ ਹੈ $200 ਬਿਲੀਅਨ ਤੋਂ ਉੱਪਰ ਦੀ ਇਨਵੈਸਟਮੈਂਟ ਆਧਾਰ ਪੂਨਾ ਵਾਲੇ ਦੀ ਇੰਗਲੈਂਡ ਦੇ ਵਿੱਚ। ਸੋ ਉਹਦੇ ਵਾਸਤੇ ਪ੍ਰਾਈਮ ਮਿਨਿਸਟਰ ਮੀਟਿੰਗਾਂ ਕਰ ਰਿਹਾ ਹੈ ਬੋਰਿਸ ਜੌਨਸਨ ਨਾਲ ਕਿ ਆਧਾਰ ਪੂਨਾ ਵਾਲਾ ਇੰਗਲੈਂਡ ਦੇ ਵਿੱਚ $200 ਤੋਂ ਉੱਪਰ ਬਿਲੀਅਨ ਦੀ ਇਨਵੈਸਟਮੈਂਟ ਕਰ ਰਿਹਾ ਲੰਡਨ ਦੇ ਵਿੱਚ ਇਸੇ ਵੈਕਸੀਨੇਸ਼ਨ ਦੀ। ਸੋ ਇਹ ਉਹੀ ਵੈਕਸੀਨੇਸ਼ਨ ਹੈ ਜਿਹਦੀ ਲੋੜ ਸਾਡੇ ਮੁਲਕ ਦੇ ਵਿੱਚ ਸੀ, ਲੇਕਿਨ ਆਧਾਰ ਪੂਨਾ ਵਾਲਾ ਜਿਸ ਤੋਂ ਪਹਿਲਾਂ ਕਿ ਮਤਲਬ ਉਹ ਵੈਕਸੀਨ ਦੇ ਆਰਡਰ ਪੂਰੇ ਕਰਨ ਦੀ ਬਜਾਏ ਉਹ ਇੰਗਲੈਂਡ ਦੇ ਵਿੱਚ ਬੈਠਾ ਇਹਦਾ ਇੰਤਜ਼ਾਮ ਕਰ ਰਿਹਾ ਸੀ ਮੀਟਿੰਗ ਦਾ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਸਰਕਾਰ ਦੀ ਬਿਲਕੁਲ ਚਾਲਾਂ ਹੈ ਨੇ, ਬਟ ਚਾਲਾਂ ਕੀ ਨੇ ਇਸ ਗੱਲ ਨੂੰ ਸਾਨੂੰ ਬੜਾ ਸਪਸ਼ਟ ਸਮਝ ਲੈਣਾ ਚਾਹੀਦਾ ਹੈ। ਤਾਂ ਇਹ ਸੀ ਕਮਲਜੀਤ ਜਿਨ੍ਹਾਂ ਦਾ ਕਹਿਣਾ ਕਿ ਸਰਕਾਰ ਸਾਡੇ ਧਰਨੇ ਵੱਲ ਨਾ ਦੇਖੇ, ਅਸੀਂ ਡਟੇ ਰਹਾਂਗੇ, ਪਰ ਉਹ ਕਹਿ ਰਿਹਾ ਕਰੋਨਾ ਦਾ ਵੀ ਫਿਕਰ ਕਰਨ ਦੀ ਸਾਨੂੰ ਲੋੜ ਆ ਤੇ ਉਹਦੇ ਨਾਲ ਲੜਾਈ ਲੜਨ ਦੀ ਲੋੜ ਹੈ।